ਅੱਜ ਦਾ ਇਹ ਵਿਸ਼ੇਸ਼ ਰੌਸ਼ਨੀ ਪ੍ਰੋਗਰਾਮ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਕੋਸ਼ਿਸ਼ ਇਹ ਕਿ ਅਸੀਂ ਕੁਝ ਕੁ ਪੱਖਾਂ ਬਾਰੇ ਗੱਲ ਕਰ ਸਕੀਏ, ਉਸ ਵਿਸ਼ਾਲ ਵਿਰਾਟ ਮਨੁੱਖ ਦੇ ਜੀਵਨ ਦੇ ਅਤੇ ਉਹਨਾਂ ਦੀ ਰੂਹਾਨੀਅਤ ਦੇ ਕੁਝ ਪੱਖ, ਅਤੇ ਅੱਜ ਵੀ ਉਹ ਕਿਵੇਂ ਸਾਡੇ ਵਾਸਤੇ ਉਨੇ ਹੀ ਰੈਲੇਵੈਂਟ ਨੇ, ਉਨੇ ਹੀ ਪ੍ਰਸੰਗਕ ਨੇ ਜਿੰਨੇ ਅੱਜ ਤੋਂ 551 ਸਾਲ ਪਹਿਲਾਂ ਸਨ। ਗੁਰੂ ਨਾਨਕ ਦੇਵ ਜੀ ਵਾਸਤੇ ਸ਼ਰਧਾ ਸਿੱਖ ਧਰਮ ਦੇ ਅੰਦਰ ਤਾਂ ਹੈ ਹੀ, ਸਿੱਖ ਧਰਮ ਤੋਂ ਪਾਰ ਵੀ ਦਿਸਦੀ ਹੈ। ਹਰ ਨਾਨਕ ਨਾਮ ਲੇਵਾ ਲਈ ਗੁਰੂ ਨਾਨਕ ਦੇਵ ਜੀ ਦਾ ਸਰੂਪ ਆਪੋ ਆਪਣੇ ਨਜ਼ਰੀਏ ਮੁਤਾਬਕ ਵੱਖੋ ਵੱਖਰਾ ਹੈ। ਗੁਰੂ ਨਾਨਕ ਦੇ ਜੀਵਨ ਦੇ ਕਿਸੇ ਵੀ ਪੱਖ ਨੂੰ ਛੋਹ ਲਓ ਤਾਂ ਉਮਰ ਭਰ ਦੇ ਅਧਿਐਨ ਦਾ ਸਮਾਨ ਇਕੱਤਰ ਹੋ ਜਾਂਦਾ ਹੈ। ਸ਼ਾਇਰ ਗੁਰੂ ਨਾਨਕ ਦੀ ਗੱਲ ਕਰੋਗੇ ਜਾਂ ਉਦਾਸੀਆਂ ਵਾਲੇ ਗੁਰੂ ਨਾਨਕ ਦੀ, ਨਾਨਕ ਨਾਮ ਜਹਾਜ਼ ਦੀ ਗੱਲ ਕਰੋਗੇ ਜਾਂ ਪਵਨ ਗੁਰੂ ਪਾਣੀ ਪਿਤਾ ਦੀ, ਕਿ ਇਤਿਹਾਸ ਤੇ ਤੱਥ ਦੀ ਗੱਲ ਕਰੀਏ ਜਾਂ ਦਾਰਸ਼ਨਿਕ ਨਾਨਕ ਵਾਲਾ ਪਾਸਾ ਫੋਲੀਏ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਦੇ ਜੋਸ਼ੀਲੇ ਨਾਨਕ ਦੀ ਵਿਚਾਰ ਕਰੀਏ, ਜਾਂ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ ਵਿੱਚ ਰਮੇ ਕੋਮਲ ਹਿਰਦੇ ਵਾਲੇ ਪ੍ਰੇਮੀ ਵੱਲ ਬਿਰਤੀ ਜੋੜੀਏ। ਕਦੇ ਗੁਰੂ ਨਾਨਕ ਦੇ 20 ਰੁਪਈਆਂ ਵਾਲੇ ਲੰਗਰ ਦਾ ਧਿਆਨ ਆਉਂਦਾ ਹੈ ਤੇ ਜੰਗਲ ਵਿੱਚ ਬੈਠੇ ਸਾਧ ਨਜ਼ਰ ਆਉਂਦੇ ਨੇ ਭੋਜਨ ਛਕਦੇ। ਕਦੇ ਸੂਰਜ ਵੱਲ ਪਿੱਠ ਮੋੜੀ ਪੱਛਮ ਨੂੰ ਪਾਣੀ ਦਾ ਅਰਗ ਦੇਂਦਾ ਪੁਰੋਹਿਤਾਂ ਦੇ ਗੁੱਸੇ ਦਾ ਸ਼ਿਕਾਰ ਹੁੰਦਾ ਉਹਨਾਂ ਦਾ ਸਰੀਰ ਚੇਤੇ ਆਉਂਦਾ ਹੈ। ਕਦੀ ਧਿਆਨ ਤਲਵੰਡੀ ਵਿੱਚ ਜੰਝੂ ਪਾਉਣੋਂ ਇਨਕਾਰ ਕਰਨ ਵਾਲੇ ਨਾਨਕ 'ਤੇ ਜਾਂਦਾ ਹੈ, ਅਤੇ ਕਦੀ ਏਮਨਾਬਾਦ ਵਿੱਚ ਮਲਕ ਭਾਗੋ ਦੇ ਭੋਜ ਵਿੱਚ ਕਿਰਤੀ ਪ੍ਰਤੀ ਨਿਆਂ ਦੀ ਸੋਚ ਤੋਰਦੇ ਫਿਲਾਸਫਰ ਵੱਲ। ਅੱਜ ਗੁਰਪੁਰਬ ਹੈ, ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ। ਸੋਸ਼ਲ ਮੀਡੀਆ 'ਤੇ ਵਧਾਈਆਂ, ਭਾਵਨਾਵਾਂ, ਤਸਵੀਰਾਂ ਦਾ ਹੜ੍ਹ ਹੈ। ਤਸਵੀਰ ਕਿਸੇ ਦੇ ਤਸੱਵਰ ਵਿੱਚੋਂ ਨਿਕਲਿਆ ਰੂਪ। ਭਾਈ ਕਾਨ ਸਿੰਘ ਨਾਭਾ ਮੁਤਾਬਕ ਦੋਹਾਂ ਲਫ਼ਜ਼ਾਂ ਦਾ ਮੂਲ ਸੂਰ ਜਾਂ ਸੂਰਤ ਹੈ। ਗੁਰੂ ਨਾਨਕ ਦੇਵ ਜੀ ਦਾ ਨਾਂ ਲੈਂਦਿਆਂ ਹੀ ਸਾਡੇ ਚੇਤਿਆਂ ਵਿੱਚ ਵਸੀ ਹੋਈ ਉਹਨਾਂ ਦੀ ਕੋਈ ਨਾ ਕੋਈ ਸੂਰਤ ਅੱਖਾਂ ਸਾਹਮਣੇ ਆ ਜਾਂਦੀ ਹੈ। ਬਹੁਤਾ ਕਰਕੇ ਚਿੱਟੇ ਦਾੜੇ ਤੇ ਅੱਧ ਖੁੱਲੀਆਂ ਅੱਖਾਂ ਵਾਲੀ ਤਸਵੀਰ ਹੀ ਨਜ਼ਰ ਆਉਂਦੀ ਹੈ। ਇੰਟਰਨੈਟ 'ਤੇ ਜਾਓ ਤੇ ਕਦੀ ਕਦੀ ਝੂਠ ਤੇ ਸੱਚ ਦੇ ਦੁਮੇਲ 'ਤੇ ਖੜੀ ਇਰਾਕ ਵਿੱਚ ਅਖੌਤੀ ਤੌਰ 'ਤੇ ਬਣਾਈ ਗਈ ਇੱਕ ਕਾਲੀ ਚਿੱਟੀ ਤਸਵੀਰ ਵੀ ਨਜ਼ਰੀ ਪੈ ਜਾਂਦੀ ਹੈ। ਕਿਸੇ ਤਸਵੀਰ ਵਿੱਚ ਗੁਰੂ ਨਾਨਕ ਇਕੱਲੇ ਤੇ ਕਿਸੇ ਤਸਵੀਰ ਵਿੱਚ ਭਾਈ ਬਾਲੇ ਤੇ ਭਾਈ ਮਰਦਾਨੇ ਦੇ ਸੰਗ। ਕਿਸੇ ਤਸਵੀਰ ਵਿੱਚ ਗੁਰੂ ਨਾਨਕ ਪੱਥਰ 'ਤੇ ਬੈਠੇ ਨੇ ਸਿਰ ਝੁਕਾ ਕੇ, ਤੇ ਕਿਸੇ ਵਿੱਚ ਅਸਮਾਨ ਵੱਲ ਤੱਕ ਰਹੇ ਤੇ ਉੱਤੋਂ ਨੂਰ ਦਾ ਮੀਂਹ ਵਰਸੇਂਦਾ। ਕਿਸੇ ਤਸਵੀਰ ਵਿੱਚ ਗੋਲ ਪੱਗ ਕੇਸਰੀ ਤੇ ਕਿਸੇ ਵਿੱਚ ਚਿੱਟੀ। ਕਿਸੇ ਤਸਵੀਰ ਵਿੱਚ ਤਾਂ ਗੁਰੂ ਨਾਨਕ ਦੇ ਸਿਰ 'ਤੇ ਹੀਰਿਆਂ ਜੜਿਆ ਤਾਜ ਵੀ ਪਵਾ ਲਿਆ ਅਸੀਂ। ਕਈ ਘਰਾਂ ਵਿੱਚ ਸ਼ਰਧਾ ਨਾਲ ਗੁਰੂ ਨਾਨਕ ਦੀ ਤਸਵੀਰ ਉੱਪਰ ਹਾਰ ਪਾਏ ਜਾਂਦੇ ਨੇ, ਸਾਹਮਣੇ ਅਗਰਬੱਤੀਆਂ ਬਾਲੀਆਂ ਜਾਂਦੀਆਂ ਨੇ। ਹੁਣ ਤੇ ਗੁਰੂ ਨਾਨਕ ਦੀਆਂ ਨਿੱਕੀਆਂ ਵੱਡੀਆਂ ਮੂਰਤੀਆਂ ਵੀ ਆ ਗਈਆਂ ਨੇ। ਹੈ ਨਾ ਹਾਸੋਹੀਣੀ ਗੱਲ। ਜਿਸ ਮੂਰਤੀ ਪੂਜਾ ਦੇ ਉਹ ਖਿਲਾਫ ਖੜੇ ਹੋਏ, ਉਸੇ ਨੇ ਹੀ ਉਹਨਾਂ ਨੂੰ ਮੂਰਤ ਬਣਾ ਘੜਿਆ। ਤਸਵੀਰ ਵਿੱਚ ਜਕੜਿਆ ਬਾਬਾ ਨਾਨਕ ਤੇ ਤਸਵੀਰ ਦੇ ਕੈਦੀ ਗੁਰੂ ਦੇ ਸਿੱਖ। ਨਵਤੇਜ ਸਰਨਾ ਨੇ ਆਪਣੀ ਕਿਤਾਬ ਦ ਬੁੱਕ ਆਫ ਨਾਨਕ ਵਿੱਚ ਗੁਰੂ ਨਾਨਕ ਦੇ ਸਰੂਪ ਬਾਰੇ ਕੁਝ ਇਉਂ ਬਿਆਨਿਆ। ਨਾਨਕ ਨਾਲ ਮਰਦਾਨਾ ਹੁੰਦਾ ਸੀ, ਰਬਾਬ ਚੁੱਕੀ ਜਾਂਦਾ। ਨਾਨਕ ਨੇ ਕਿਸੇ ਮੁਸਲਮਾਨ ਦਰਵੇਸ਼ ਵਰਗਾ ਢਿੱਲਾ ਚੋਗਾ ਪਾਇਆ ਹੁੰਦਾ ਸੀ, ਪਰ ਰੰਗ ਉਸਦਾ ਹੁੰਦਾ ਸੀ ਗੇਰੂਆ, ਹਿੰਦੂ ਸੰਨਿਆਸੀਆਂ ਵਾਲਾ। ਕਮਰ ਦੁਆਲੇ ਫਕੀਰ ਵਾਂਗ ਚਿੱਟੀ ਕਾਫਨੀ ਜਾਂ ਕੱਪੜੇ ਦੀ ਬੈਲਟ ਬੰਨੀ ਹੁੰਦੀ ਸੀ। ਸੂਫੀਆਂ ਵਰਗੀ ਹੀ ਕਲੰਦਰ ਟੋਪੀ ਨੂੰ ਢੱਕਦੀ ਉਹਨਾਂ ਦੀ ਨਿੱਕੀ ਜਿੰਨੀ ਪਗੜੀ।
ਦੋਹਾਂ ਪੈਰਾਂ ਵਿੱਚ ਅੱਡ ਅੱਡ ਰੰਗਾਂ ਦੀਆਂ ਖੜਾਵਾਂ। ਜਿਸ ਹਿੰਦੂ ਮੁਸਲਮਾਨ ਏਕਤਾ ਦਾ ਉਹ ਦਮ ਭਰਦੇ ਸਨ, ਉਸੇ ਦਾ ਹੀ ਰੂਪ ਬਣ ਕੇ ਘੁੰਮਦੇ ਸਨ। ਕਦੀ ਹਿੰਦੂ ਦਿਸਦੇ ਤੇ ਕਦੀ ਮੁਸਲਮਾਨ। ਨਵਤੇਜ ਸਰਨਾ ਕੁਝ ਹੋਰ ਵੇਰਵੇ ਵੀ ਦਿੰਦੇ ਨੇ ਤੇ ਅੰਤ ਵਿੱਚ ਕਹਿੰਦੇ ਨੇ ਕਿ ਨਾਨਕ ਨੇ ਇਹ ਸਫਰੀ ਚੋਲਾ ਤਿਆਗ ਕੇ ਗ੍ਰਸਥੀ ਰੂਪ ਅਖਤਿਆਰ ਕਰ ਲਿਆ। ਪਰ ਦੁਨਿਆਵੀ ਤੌਰ 'ਤੇ ਬਣਾਈ ਗਈ ਉਹਨਾਂ ਦੀ ਤਸਵੀਰ ਵੱਲ ਜਦ ਵੀ ਧਿਆਨ ਕਰਦੇ ਹਾਂ ਤਾਂ ਨੂਰ ਤੇ ਸ਼ਾਂਤੀ ਵਾਲੇ ਰੰਗਾਂ ਵਾਲੀਆਂ ਸਾਫ਼ ਸ਼ਫਾਫ ਪੇਂਟਿੰਗਸ ਹੀ ਖਿਆਲਦੇ ਹਾਂ। ਅਕਸਰ ਇਹਨਾਂ ਤਸਵੀਰਾਂ ਵਿਚਲਾ ਨਾਨਕ ਸਾਨੂੰ ਸਾਧੂ ਸੁਭਾਅ ਇਨਸਾਨ ਤਾਂ ਦਿਸਦਾ ਹੈ, ਪਰ ਉਸਦੇ ਅੰਦਰ ਦਾ ਕ੍ਰਾਂਤੀਕਾਰੀ ਸਰੂਪ ਸਾਡੀ ਅੱਖੋਂ ਪਰੋਖੇ ਹੋ ਜਾਂਦਾ ਹੈ। ਇਹ ਬਾਹਰੀ ਰੂਪ ਭਲਾ ਏਡੇ ਜ਼ਰੂਰੀ ਨੇ ਸਾਡੇ ਲਈ ਕਿ ਅਸੀਂ ਨਾਨਕ ਦੇ ਨੂਰ ਅੰਦਰ ਕਦੀ ਝਾਤ ਮਾਰ ਕੇ ਹੀ ਨਹੀਂ ਵੇਖੀ। ਅੱਜ ਯਾਦ ਆ ਰਹੀ ਹੈ ਜਸਵੰਤ ਸਿੰਘ ਜ਼ਫਰ ਦੀ ਕਵਿਤਾ ਨਾਨਕ। ਨਾਨਕ। ਮਾਫ਼ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ। ਮਾਫ਼ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ। ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ, ਤਿੜਕੀਆਂ ਅੱਡੀਆਂ, ਹਨੇਰੀ ਨਾਲ ਉਲਝੀ ਖੁਸ਼ਕ ਦਾੜੀ, ਲੂਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ, ਗੱਲਾਂ ਦਾ ਚਿਪਕਿਆ ਮਾਸ ਤੇ ਚਿਹਰੇ ਦੀਆਂ ਉੱਭਰੀਆਂ ਹੱਡੀਆਂ ਦੇ ਡੂੰਘ 'ਚ ਦਗਦੀਆਂ ਮਗਦੀਆਂ ਤੇਜ਼ ਅੱਖਾਂ। ਮਾਫ਼ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ। ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ, ਤਿੜਕੀਆਂ ਅੱਡੀਆਂ, ਹਨੇਰੀ ਨਾਲ ਉਲਝੀ ਖੁਸ਼ਕ ਦਾੜੀ, ਲੂਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ, ਗੱਲਾਂ ਦਾ ਚਿਪਕਿਆ ਮਾਸ ਤੇ ਚਿਹਰੇ ਦੀਆਂ ਉੱਭਰੀਆਂ ਹੱਡੀਆਂ ਦੇ ਡੂੰਘ 'ਚ ਦਗਦੀਆਂ ਮਗਦੀਆਂ ਤੇਜ਼ ਅੱਖਾਂ। ਅੱਖਾਂ ਜੋ ਪਰਿਵਾਰ ਨੂੰ, ਸਰਕਾਰ ਨੂੰ ਤੇ ਹਰ ਸੰਸਕਾਰ ਨੂੰ ਟਿੱਚ ਜਾਣਦੀਆਂ। ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ ਸਾਡੇ ਲਈ ਅਸਲੀ ਨਾਨਕ। ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ ਸਾਡੇ ਲਈ ਅਸਲੀ ਨਾਨਕ। ਅਜਿਹੇ ਨਾਨਕ ਦਾ ਅਸੀਂ ਧਿਆਨ ਨਹੀਂ ਧਰ ਸਕਦੇ ਜੋ ਘਰਾਂ ਨੂੰ ਉਜਾੜ ਸਕਦਾ, ਨਿਆਣੇ ਵਿਗਾੜ ਸਕਦਾ, ਕਿਸੇ ਕਾਬੇ ਵੱਲ ਪੈਰ ਕਰਕੇ ਪਰਕਰਮਾਂ ਵਿੱਚ ਲੇਟਣ ਲਈ ਉਕਸਾ ਸਕਦਾ। ਲਿਹਾਜ਼ਾ ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ। ਮਸਲਨ ਅਸੀਂ ਮਜ਼ਹਬੀ ਚਿੰਨ੍ਹਾਂ ਦੇ ਥੋਥੇਪਣ ਨੂੰ ਨਾਪ ਸਕਦੇ ਹਾਂ, ਵਹਿਣਾਂ ਨੂੰ ਮੋੜਨ ਦਾ, ਮਰਿਆਦਾ ਨੂੰ ਤੋੜਨ ਦਾ ਐਲਾਨਨਾਮਾ ਛਾਪ ਸਕਦੇ ਹਾਂ। ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ। ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ। ਸਾਨੂੰ ਤਾਂ ਚਾਹੀਦੀ ਏ ਖੈਰ, ਸੁੱਖ, ਸ਼ਾਂਤੀ। ਸਾਨੂੰ ਤਾਂ ਚਾਹੀਦੀਆਂ ਨੇ ਮਿੱਠੀਆਂ ਦਾਤਾਂ, ਵੱਧਦੀਆਂ ਵੇਲਾਂ ਤੇ ਵੇਲਾਂ ਨੂੰ ਲੱਗਦੇ ਰੁਪਈਏ। ਸਾਨੂੰ ਤਾਂ ਚਾਹੀਦੀਆਂ ਨੇ ਮਿੱਠੀਆਂ ਦਾਤਾਂ, ਵੱਧਦੀਆਂ ਵੇਲਾਂ ਤੇ ਵੇਲਾਂ ਨੂੰ ਲੱਗਦੇ ਰੁਪਈਏ। ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ ਨਾਨਕ ਹੀ ਸੂਟ ਕਰਦਾ ਹੈ। ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ ਨਾਨਕ ਹੀ ਸੂਟ ਕਰਦਾ ਹੈ। ਸ਼ਾਂਤ, ਲੀਨ, ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ, ਹੱਥ 'ਚੋਂ ਫੁੱਟਦੀ ਮਿਹਰ ਤੇ ਅੱਖਾਂ 'ਚੋਂ ਡੁੱਲ ਡੁੱਲ ਪੈਂਦੀ ਕੋਮਲਤਾ, ਸਿਲਕੀ ਸ਼ਫਾਫ ਦਾੜੀ, ਗੋਲ ਮਟੋਲ ਗੋਰੀਆਂ ਗੁਲਾਬੀ ਗੱਲਾਂ। ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ ਨਾਨਕ ਹੀ ਸੂਟ ਕਰਦਾ ਹੈ। ਸ਼ਾਂਤ, ਲੀਨ, ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ, ਹੱਥ 'ਚੋਂ ਫੁੱਟਦੀ ਮਿਹਰ ਤੇ ਅੱਖਾਂ 'ਚੋਂ ਡੁੱਲ ਡੁੱਲ ਪੈਂਦੀ ਕੋਮਲਤਾ, ਸਿਲਕੀ ਸ਼ਫਾਫ ਦਾੜੀ, ਗੋਲ ਮਟੋਲ ਗੋਰੀਆਂ ਗੁਲਾਬੀ ਗੱਲਾਂ। ਫੇਅਰ ਐਂਡ ਲਵਲੀ, ਸੁਰਖ ਟਿਪਸੀ ਹੋਂਠ, ਮੁਲਾਇਮ ਜੈਮਨੀ ਪੈਰ, ਕੂਲੇ ਬਾਰਬੀ ਹੱਥ, ਪੈਗੰਬਰੀ ਵਸਤਾਂ ਦਾ ਏਰੀਅਲੀ ਨਿਖਾਰ। ਸਾਡੇ ਇਹਨਾਂ ਘਰਾਂ ਦੀਆਂ ਕੰਧਾਂ 'ਤੇ ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ। ਸਾਡੇ ਇਹਨਾਂ ਘਰਾਂ ਦੀਆਂ ਕੰਧਾਂ 'ਤੇ ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ। ਰਾਹਾਂ ਨੂੰ ਰੱਦ ਕਰਨ ਵਾਲੇ ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ ਸਾਡੀ ਕੋਈ ਕੰਧ ਨਹੀਂ ਝੱਲ ਸਕਦੀ।
ਰਾਹਾਂ ਨੂੰ ਰੱਦ ਕਰਨ ਵਾਲੇ ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ ਸਾਡੀ ਕੋਈ ਕੰਧ ਨਹੀਂ ਝੱਲ ਸਕਦੀ। ਮੁਆਫ ਕਰਨਾ, ਅਸੀਂ ਮਰ ਮਰ ਕੇ ਬਣਾਏ ਘਰ ਨਹੀਂ ਢਵਾਉਣੇ, ਮਸਾਂ ਮਸਾਂ ਰੱਬ ਤੋਂ ਲਏ ਨਿਆਣੇ ਹੱਥੋਂ ਨਹੀਂ ਗਵਾਉਣੇ। ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ। ਮੁਆਫ ਕਰਨਾ, ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ। ਗੁਰੂ ਨਾਨਕ ਦੀ ਤਸਵੀਰ ਤੋਂ ਪਾਰ ਲੰਘੀਏ ਤੇ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ। ਨਿੱਕੇ ਹੁੰਦਿਆਂ ਤੋਂ ਲੈ ਕੇ ਸੰਥਿਆ ਮਿਲਦੀ ਹੈ ਤਕਰੀਬਨ ਹਰ ਸਿੱਖ ਬਾਲਕ ਨੂੰ ਗੁਰੂ ਬਾਬੇ ਦੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਦੇ ਬਿਆਨ ਦੀ ਸਾਖੀਆਂ ਦੇ ਰੂਪ ਵਿੱਚ। ਧਰਮ ਨੂੰ ਸਮਝਣ ਤੇ ਫੈਲਾਉਣ ਵਿੱਚ ਕਹਾਣੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਮਹਾਤਮਾ ਬੁੱਧ ਦੇ ਜੀਵਨ ਦੀ ਹਰ ਘਟਨਾ ਵਿੱਚੋਂ ਬੁੱਧ ਧਰਮ ਦੇ ਕਿਸੇ ਸਿਧਾਂਤ ਦਾ ਵੇਰਵਾ ਮਿਲਦਾ ਹੈ। ਇਵੇਂ ਹੀ ਕਦੇ ਮਿਥਿਹਾਸ ਤੇ ਕਦੀ ਮਨੋਕਲਪਨਾ ਵਿੱਚੋਂ ਸਬਕ ਦੇਣ ਲਈ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ। ਕਿਸੇ ਮਹਾਨ ਸ਼ਖਸੀਅਤ ਦੇ ਜੀਵਨ ਬਿਰਤਾਂਤ ਦੀ ਗਵਾਹੀ ਲੈ ਕੇ, ਸਾਖੀ ਲੈ ਕੇ ਸਿਧਾਂਤਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਇਹਨਾਂ ਕਹਾਣੀਆਂ ਦੀ ਵਰਤੋਂ ਆਮ ਤੌਰ 'ਤੇ ਹੁੰਦੀ ਆਈ ਹੈ ਤੇ ਕਿਸੇ ਹੱਦ ਤੱਕ ਸਫਲਤਾ ਨਾਲ ਹੁੰਦੀ ਆਈ ਹੈ। ਕਹਾਣੀ ਵਿੱਚ ਕਿਉਂਕਿ ਕੰਨ ਰਸ ਪ੍ਰਦਾਨ ਹੁੰਦਾ ਹੈ, ਇਸ ਲਈ ਕਦੀ ਦਾਰਸ਼ਨਿਕ ਵਿਚਾਰ ਤੇ ਰਹੱਸ ਇਹਨਾਂ ਕਹਾਣੀਆਂ ਕਰਕੇ ਪਿਛੋਕੜ ਵਿੱਚ ਚਲੇ ਜਾਂਦੇ ਨੇ ਤੇ ਲੋਕੀ ਸਿਧਾਂਤ ਨੂੰ ਛੱਡ ਕੇ ਧਾਰਮਿਕ ਆਗੂ ਦੀ ਨਿੱਜੀ ਵਡਿਆਈ ਤੇ ਮਹਾਨਤਾ ਨੂੰ ਜ਼ਿਆਦਾ ਅਹਿਮੀਅਤ ਦੇਣ ਲੱਗ ਜਾਂਦੇ ਨੇ। ਨਤੀਜਨ ਵਿਅਕਤੀ ਪੂਜਾ ਤੇ ਅਵਤਾਰਵਾਦ ਤੇ ਫਿਰ ਮੂਰਤੀ ਪੂਜਾ, ਤੇ ਜਦੋਂ ਮੂਰਤੀ ਪੂਜਾ ਹੀ ਧਰਮ ਸਮਝੀ ਜਾਣ ਲੱਗੇ ਤਾਂ ਫਿਰ ਧਰਮ ਤੋਂ ਮਨੁੱਖ ਕੁਰਾਹੇ ਪੈ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਬਤ ਕਈ ਸਾਖੀਆਂ ਇਨ ਬਿਨ ਤੇ ਕਈਆਂ ਵਿੱਚ ਇਹੋ ਰਲਾ ਵੀ ਮਿਲ ਜਾਂਦਾ ਹੈ। ਸਾਖੀਕਾਰ ਗਾਹੇ ਬਗਾਹੇ ਗੁਰੂ ਸਾਹਿਬ ਦੇ ਹੁਕਮ ਰਜਾਈ ਚੱਲਣ ਦੇ ਸਿਧਾਂਤ ਨੂੰ ਵੀ ਕਈ ਵਾਰ ਤੋੜਦੇ ਵਿਖਾਈ ਦਿੰਦੇ ਰਹੇ। ਪ੍ਰਸਿੱਧ ਲੇਖਕ ਮਰਹੂਮ ਡਾਕਟਰ ਸੁਰਜੀਤ ਸਿੰਘ ਭਾਟੀਆ ਮੁਤਾਬਕ ਗੁਰੂ ਨਾਨਕ ਨੇ ਸਾਖੀ ਵਿੱਚੋਂ ਸਿਧਾਂਤ ਨਹੀਂ ਉਸਾਰਿਆ, ਬਲਕਿ ਉਹਨਾਂ ਮਗਰੋਂ ਇਹਨਾਂ ਸਾਖੀਆਂ ਨੇ ਗੁਰਮਤ ਸਿਧਾਂਤ ਦੇ ਅਨੁਸਾਰ ਹੀ ਹੋਣਾ ਸੀ ਤੇ ਇਹਨਾਂ ਵਿੱਚ ਅਸਪਸ਼ਟਤਾ ਦੀ ਗੁੰਜਾਇਸ਼ ਨਹੀਂ ਸੀ ਹੋਣੀ। ਪਰ ਉਸੇ ਰਲਾ ਤੇ ਮਨਮਰਜ਼ੀ ਦੀ ਕਲਪਨਾ ਨੇ ਇਹਨਾਂ ਸਾਖੀਆਂ ਦੇ ਪਾਣੀਆਂ ਨੂੰ ਵੀ ਗੰਦਲਾ ਕੀਤਾ ਤਸਵੀਰ ਵਾਂਗ ਰਾਹੀਂ। ਡਾਕਟਰ ਭਾਟੀਆ ਮੁਤਾਬਕ ਜੇ ਇਹ ਸਾਖੀਆਂ ਗੁਰੂ ਜੀ ਦੇ ਜੀਵਨ ਬਿਰਤਾਂਤ ਤੋਂ ਸਿੱਧੀਆਂ ਚੁੱਕੀਆਂ ਜਾਂਦੀਆਂ ਤਾਂ ਉਹਨਾਂ ਵਿੱਚ ਇਹ ਰਲਾ ਨਹੀਂ ਸੀ ਪੈਣਾ। ਕਿਸੇ ਹੱਦ ਤੱਕ ਅੱਜ 2020 ਵਿੱਚ ਕਈ ਸਾਖੀਆਂ ਤੇ ਸਵਾਲ ਵੀ ਉੱਠਦੇ ਨੇ ਤੇ ਅਗਾਂਹ ਇਹਨਾਂ ਨੂੰ ਅਗਲੀ ਪੀੜ੍ਹੀ ਵੱਲ ਤੋਰਨਾ ਔਖਾ ਵੀ ਲੱਗਦਾ ਹੈ। ਇਸ ਤੋਂ ਇਲਾਵਾ ਆਮ ਭਾਸ਼ਾ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਹਾਂ। ਜੇਕਰ ਗੁਰੂ ਨਾਨਕ ਦੇਵ ਜੀ ਨੂੰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਖ ਕੇ ਸੰਬੋਧਨ ਨਾ ਕਰੋ ਤੇ ਮੇਰਾ ਬਾਬਾ ਨਾਰਾਜ਼ ਹੋਵੇ ਨਾ ਹੋਵੇ, ਕਈ ਸ਼ਰਧਾਲੂ ਜ਼ਰੂਰ ਨਾਰਾਜ਼ ਹੋ ਜਾਣਗੇ। ਅਜਿਹੇ ਹੀ ਆਲਮ ਦੇ ਵਿੱਚ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਤੇ ਕਵੀ ਸਵਰਗਵਾਸੀ ਸਰਦਾਰ ਸੰਤੋਖ ਸਿੰਘ ਧੀਰ ਦੀ 2007 ਵਿੱਚ ਲਿਖੀ ਕਵਿਤਾ ਨਾਨਕ ਮਦਦ ਕਰਦੀ ਹੈ। ਨਾਨਕ, ਸੰਤੋਖ ਸਿੰਘ ਧੀਰ। ਮਿਹਰਬਾਨੀ ਕਰੋ ਮੇਰੀ ਸ਼ਕਲ ਨਾ ਵਿਗਾੜੋ, ਜਿਹੋ ਜਿਹਾ ਹਾਂ ਮੈਨੂੰ ਉਹੋ ਜਿਹਾ ਰਹਿਣ ਦਿਓ। ਸਰਪ ਨੇ ਕੋਈ ਛਾਂ ਨਹੀਂ ਸੀ ਕੀਤੀ, ਸਰਪ ਨੇ ਕੋਈ ਛਾਂ ਨਹੀਂ ਸੀ ਕੀਤੀ, ਸਰਪ ਨੂੰ ਕੀ ਪਤਾ ਸੀ ਮੈਂ ਕੌਣ ਹਾਂ। ਤੁਸੀਂ ਤਾਂ ਮੈਨੂੰ ਸਮਝ ਨਾ ਸਕੇ, ਸਰਪ ਕਿਵੇਂ ਸਮਝ ਗਿਆ। ਮਿਹਰਬਾਨੀ ਕਰੋ ਮੇਰੀ ਸ਼ਕਲ ਨਾ ਵਿਗਾੜੋ, ਜਿਹੋ ਜਿਹਾ ਹਾਂ ਮੈਨੂੰ ਉਹੋ ਜਿਹਾ ਰਹਿਣ ਦਿਓ। ਸਰਪ ਨੇ ਕੋਈ ਛਾਂ ਨਹੀਂ ਸੀ ਕੀਤੀ, ਸਰਪ ਨੂੰ ਕੀ ਪਤਾ ਸੀ ਮੈਂ ਕੌਣ ਹਾਂ। ਤੁਸੀਂ ਤਾਂ ਮੈਨੂੰ ਸਮਝ ਨਾ ਸਕੇ, ਸਰਪ ਕਿਵੇਂ ਸਮਝ ਗਿਆ। ਐਵੇਂ ਗਲਤ ਗੱਲਾਂ ਨਾ ਕਰੋ, ਜਿਹੋ ਜਿਹਾ ਹਾਂ ਮੈਨੂੰ ਉਹੋ ਜਿਹਾ ਰਹਿਣ ਦਿਓ। ਜਿਹੋ ਜਿਹਾ ਹਾਂ ਮੈਨੂੰ ਉਹੋ ਜਿਹਾ ਰਹਿਣ ਦਿਓ। ਪਹਾੜ ਵੀ ਨਹੀਂ ਸੀ ਰੋਕਿਆ, ਪਹਾੜ ਵੀ ਨਹੀਂ ਸੀ ਰੋਕਿਆ, ਨਾ ਪਹਾੜ ਕਿਸੇ ਸੁੱਟਿਆ ਸੀ। ਵਲੀ ਸਾਹਿਬ ਨਾਲ ਥੋੜ੍ਹਾ ਗੱਲਬਾਤ ਹੋਈ ਸੀ, ਵਿਚਾਰਾਂ ਦਾ ਵਟਾਂਦਰਾ, ਥੋੜ੍ਹਾ ਜਿਹਾ ਵਾਦ ਵਿਵਾਦ। ਉਹਨਾਂ ਸਵਾਲ ਕੀਤੇ, ਮੈਂ ਜਵਾਬ ਦਿੱਤੇ। ਸਵਾਲਾਂ ਦਾ ਪਹਾੜ ਸੀ ਦਲੀਲ ਦਾ ਪੰਜਾ, ਇਉਂ ਦਲੀਲ ਦੇ ਪੰਜੇ ਨਾਲ ਮੈਂ ਪਹਾੜ ਰੋਕਿਆ। ਸਵਾਲਾਂ ਦਾ ਪਹਾੜ ਸੀ ਦਲੀਲ ਦਾ ਪੰਜਾ, ਇਉਂ ਦਲੀਲ ਦੇ ਪੰਜੇ ਨਾਲ ਮੈਂ ਪਹਾੜ ਰੋਕਿਆ।
ਪਾਣੀ ਪੀਣ ਵੀ ਨਹੀਂ ਸੀ ਗਿਆ ਮਰਦਾਨਾ ਵਲੀ ਸਾਹਿਬ ਕੋਲ। ਪਾਣੀ ਪੀਣ ਵੀ ਨਹੀਂ ਸੀ ਗਿਆ ਮਰਦਾਨਾ ਵਲੀ ਸਾਹਿਬ ਕੋਲ। ਪਾਣੀ ਪੀਣ 3 ਮੀਲ ਪਹਾੜ ਉੱਤੇ ਹੀ ਜਾਣਾ ਸੀ। ਹੇਠਾਂ ਪਾਣੀ ਥੋੜ੍ਹਾ ਸੀ ਪਿੰਡ ਵਿੱਚ ਹਸਨ ਅਬਦਾਲ। ਪਿੰਡ ਵਾਲੇ ਪਾਣੀ ਪੀਣ ਭਲਾ ਪਹਾੜ ਉੱਤੇ ਹੀ ਜਾਂਦੇ ਸਨ। ਉਹ ਵਲੀ ਸੀ, ਫਕੀਰ ਸੀ। ਫਕੀਰ ਕਿਸੇ ਨੂੰ ਪਾਣੀ ਪੀਣ ਤੋਂ ਇਉਂ ਨਹੀਂ ਮੋੜਦੇ। ਉਹ ਵਲੀ ਸੀ, ਫਕੀਰ ਸੀ। ਫਕੀਰ ਕਿਸੇ ਨੂੰ ਪਾਣੀ ਪੀਣ ਤੋਂ ਇਉਂ ਨਹੀਂ ਮੋੜਦੇ। ਮੱਕਾ ਵੀ ਨਹੀਂ ਸੀ ਫੇਰਿਆ। ਮੱਕੇ ਦੇ ਮੌਲਾਨਿਆਂ ਦੀ ਸੋਚ ਬਦਲ ਗਈ ਸੀ ਮੇਰੀਆਂ ਦਲੀਲਾਂ ਨਾਲ। ਮੱਕਾ ਵੀ ਨਹੀਂ ਸੀ ਫੇਰਿਆ। ਮੱਕੇ ਦੇ ਮੌਲਾਨਿਆਂ ਦੀ ਸੋਚ ਬਦਲ ਗਈ ਸੀ ਮੇਰੀਆਂ ਦਲੀਲਾਂ ਨਾਲ। ਉਹਨਾਂ ਨੂੰ ਖੁਦਾ ਹਰ ਪਾਸੇ ਨਜ਼ਰ ਆ ਗਿਆ, ਇਉਂ ਮੱਕਾ ਫੇਰਿਆ। ਨਾ ਦੁੱਧ ਸੀ ਨਾ ਲਹੂ, ਇਹ ਤਾਂ ਮੇਰੀ ਅੱਖ ਸੀ ਜਿਹੜੀ ਦੇਖ ਰਹੀ ਸੀ ਦੁੱਧ ਤੇ ਲਹੂ। ਨਾ ਦੁੱਧ ਸੀ ਨਾ ਲਹੂ, ਇਹ ਤਾਂ ਮੇਰੀ ਅੱਖ ਸੀ ਜਿਹੜੀ ਦੇਖ ਰਹੀ ਸੀ ਦੁੱਧ ਤੇ ਲਹੂ। ਮੇਰੇ ਲਈ ਮਹਾਨ ਸਨ ਕਿਰਤੀ ਦੇ ਹੱਥ। ਕਿਰਤੀ ਦੇ ਹੱਥਾਂ ਵਿੱਚ ਚੰਨ ਸੂਰਜ ਚਮਕਦੇ। ਇਹਨਾਂ ਹੱਥਾਂ ਦੀ ਚਮਕ ਅੱਗੇ ਤਾਜਾਂ ਤੇ ਕਲਗੀਆਂ ਦੇ ਹੀਰੇ ਮਾਂਦ ਪੈ ਗਏ। ਮੇਰੇ ਲਈ ਮਹਾਨ ਸਨ ਕਿਰਤੀ ਦੇ ਹੱਥ। ਕਿਰਤੀ ਦੇ ਹੱਥਾਂ ਵਿੱਚ ਚੰਨ ਸੂਰਜ ਚਮਕਦੇ। ਇਹਨਾਂ ਹੱਥਾਂ ਦੀ ਚਮਕ ਅੱਗੇ ਤਾਜਾਂ ਤੇ ਕਲਗੀਆਂ ਦੇ ਹੀਰੇ ਮਾਂਦ ਪੈ ਗਏ। ਪਾਤਸ਼ਾਹੀਆਂ ਛੋਟੀਆਂ, ਇਹ ਹੱਥ ਵੱਡੇ। ਇਸੇ ਲਈ ਮੈਂ ਕੋਧਰੇ ਦਾ ਮਹਾਂ ਗੀਤ ਗਾਇਆ, ਸੁੱਚਾ ਦੁੱਧ ਪੀਤਾ। ਪਾਤਸ਼ਾਹੀਆਂ ਛੋਟੀਆਂ, ਇਹ ਹੱਥ ਵੱਡੇ। ਇਸੇ ਲਈ ਮੈਂ ਕੋਧਰੇ ਦਾ ਮਹਾਂ ਗੀਤ ਗਾਇਆ, ਸੁੱਚਾ ਦੁੱਧ ਪੀਤਾ। ਹਿੰਦੂ ਮੁਸਲਮਾਨ ਹੋਣਾ, ਨਿਰਾ ਝੂਠ ਬੋਲਣਾ, ਸ਼ੂਦਰਾਂ ਬ੍ਰਾਹਮਣਾਂ ਦਾ ਅਣਮਨੁੱਖੀ ਵੇਰਵਾ, ਕਿੱਥੇ ਮੱਧ ਕਾਲ ਸੀ, ਕਿੱਥੇ ਅੱਜ 21ਵੀਂ ਸਦੀ। ਗਈ ਨਾ ਤੁਹਾਡੀ ਪਰ ਇਹ ਵਾਦੜੀ ਸਜਾਦੜੀ। ਹਿੰਦੂ ਮੁਸਲਮਾਨ ਹੋਣਾ, ਨਿਰਾ ਝੂਠ ਬੋਲਣਾ, ਸ਼ੂਦਰਾਂ ਬ੍ਰਾਹਮਣਾਂ ਦਾ ਅਣਮਨੁੱਖੀ ਵੇਰਵਾ, ਕਿੱਥੇ ਮੱਧ ਕਾਲ ਸੀ, ਕਿੱਥੇ ਅੱਜ 21ਵੀਂ ਸਦੀ। ਗਈ ਨਾ ਤੁਹਾਡੀ ਪਰ ਇਹ ਵਾਦੜੀ ਸਜਾਦੜੀ। ਧੂੜਾਂ ਪੁੱਟ ਕਾਬਲੋਂ ਸੀ ਹਿੰਦ ਆਇਆ ਧਾੜਵੀ। ਹਿੰਦ ਦੀਆਂ ਗਲੀਆਂ 'ਚ ਬਾਬਰਵਾਣੀ ਫਿਰ ਗਈ। ਧੂੜਾਂ ਪੁੱਟ ਕਾਬਲੋਂ ਸੀ ਹਿੰਦ ਆਇਆ ਧਾੜਵੀ। ਹਿੰਦ ਦੀਆਂ ਗਲੀਆਂ 'ਚ ਬਾਬਰਵਾਣੀ ਫਿਰ ਗਈ। ਕਤਲਾਮ ਲੁੱਟ ਮਾਰ ਮਚਿਆ ਕੋਹਰਾਮ ਸੀ। ਪਤ ਹਿੰਦੁਸਤਾਨ ਦੀ ਗਲੀ ਗਲੀ ਰੁਲ ਗਈ। ਪਤ ਹਿੰਦੁਸਤਾਨ ਦੀ ਗਲੀ ਗਲੀ ਰੁਲ ਗਈ। ਬੱਦਲਾਂ ਦੀ ਘਟਾ ਵਾਂਗ ਫੇਰ ਬਾਬਰ ਆ ਰਹੇ। ਪੂੰਜੀ ਦੀਆਂ ਫੌਜਾਂ ਨਾਲ ਫੇਰ ਘੇਰਾ ਪਾ ਰਹੇ। ਘਿਰ ਗਏ ਪਹਾੜ ਸਾਡੇ, ਘਿਰ ਗਏ ਮੈਦਾਨ ਸਾਡੇ, ਘਿਰ ਗਏ ਭਵਿੱਖ ਸਾਡੇ, ਘਿਰੇ ਵਰਤਮਾਨ ਸਾਡੇ। ਬੱਦਲਾਂ ਦੀ ਘਟਾ ਵਾਂਗ ਫੇਰ ਬਾਬਰ ਆ ਰਹੇ। ਪੂੰਜੀ ਦੀਆਂ ਫੌਜਾਂ ਨਾਲ ਫੇਰ ਘੇਰਾ ਪਾ ਰਹੇ। ਘਿਰ ਗਏ ਪਹਾੜ ਸਾਡੇ, ਘਿਰ ਗਏ ਮੈਦਾਨ ਸਾਡੇ, ਘਿਰ ਗਏ ਭਵਿੱਖ ਸਾਡੇ, ਘਿਰੇ ਵਰਤਮਾਨ ਸਾਡੇ। ਦੈਂਤ ਸੋਨੇ ਚਾਂਦੀ ਵਾਲਾ ਚੀਕਦਾ ਚਿੰਗਾੜਦਾ, ਧਰਤ ਮਹੱਤ ਸਾਡੀ ਮਿੱਧਦਾ ਲਤਾੜਦਾ। ਸੁਣ ਲਓ ਆਵਾਜ਼ ਮੇਰੀ, ਮੇਰੇ ਸ਼ਿਸ਼ ਪਿਆਰਿਓ। ਸੁਣ ਲਓ ਆਵਾਜ਼ ਮੇਰੀ, ਮੇਰੇ ਸ਼ਿਸ਼ ਪਿਆਰਿਓ। ਲਾਲੋਆਂ ਦੇ ਸਾਥੀਓ, ਕਾਮਿਆਂ ਤੇ ਯੋਧਿਓ, ਖਤਰੇ ਦੀ ਆਵਾਜ਼ ਸੁਣੋ। ਵੱਜ ਰਹੀਆਂ ਘੰਟੀਆਂ ਅੱਜ ਦੀਆਂ ਸੁਸਤੀਆਂ ਨੂੰ ਭੁਗਤਦੀਆਂ ਸਦੀਆਂ। ਮਾਲਪੂੜਾ ਕੋਧਰੇ ਨੂੰ ਮਾਤ ਦਿੰਦਾ ਜਾ ਰਿਹਾ। ਮਾਲਪੂੜਾ ਕੋਧਰੇ ਨੂੰ ਮਾਤ ਦਿੰਦਾ ਜਾ ਰਿਹਾ। ਧਾੜਵੀ ਲੁਟੇਰਾ ਚੜ੍ਹ ਜੰਮ ਵਾਂਗ ਆ ਰਿਹਾ। ਕੋਧਰੇ ਦੀ ਪੱਤ ਉੱਚੀ, ਮਾਲਪੂੜੇ ਬੇਈਮਾਨ, ਮਾਲਪੂੜੇ ਮਹਾਨੀਚ। ਇਹ ਸ਼ੈਤਾਨਾਂ ਦੇ ਸ਼ੈਤਾਨ, ਇਹਨਾਂ ਦੇ ਪਲੀਤ ਮੂੰਹ ਲਹੂ ਨਾਲ ਲਿਬੜੇ। ਐਵੇਂ ਨਹੀਂ ਸੀ ਕਿਹਾ ਮੈਂ, ਰਾਜਿਆਂ ਨੂੰ ਸ਼ੀ, ਮੁਕੱਦਮਾਂ ਨੂੰ ਕੁੱਤੇ। ਇਹਨਾਂ ਦੇ ਪਲੀਤ ਮੂੰਹ ਲਹੂ ਨਾਲ ਲਿਬੜੇ। ਐਵੇਂ ਨਹੀਂ ਸੀ ਕਿਹਾ ਮੈਂ, ਰਾਜਿਆਂ ਨੂੰ ਸ਼ੀ, ਮੁਕੱਦਮਾਂ ਨੂੰ ਕੁੱਤੇ। ਮੈਨੂੰ ਮੇਰੇ ਸਮਿਆਂ ਨੇ ਭੂਤਨਾ ਬੇਤਾਲਾ ਕਿਹਾ, ਭੁੱਲੜ ਕੁਰਾਈਆ ਕਿਹਾ। ਮੇਰੇ ਲਈ ਇਹ ਲਕਬ ਸੀ, ਮੇਰੇ ਲਈ ਇਹ ਸ਼ਾਨ ਸੀ, ਮੇਰੇ ਲਈ ਇਹ ਬਹੁਤ ਵੱਡਾ ਮਾਨ ਸਨਮਾਨ ਸੀ। ਮੈਨੂੰ ਮੇਰੇ ਸਮਿਆਂ ਨੇ ਭੂਤਨਾ ਬੇਤਾਲਾ ਕਿਹਾ, ਭੁੱਲੜ ਕੁਰਾਈਆ ਕਿਹਾ। ਮੇਰੇ ਲਈ ਇਹ ਲਕਬ ਸੀ, ਮੇਰੇ ਲਈ ਇਹ ਸ਼ਾਨ ਸੀ, ਮੇਰੇ ਲਈ ਇਹ ਬਹੁਤ ਵੱਡਾ ਮਾਨ ਸਨਮਾਨ ਸੀ। ਰਾਹੇ ਰਾਹ ਤੁਰੇ ਜਾਣਾ ਕੰਮ ਨਹੀਂ ਆਸ਼ਕਾਂ ਦਾ। ਰਾਹੇ ਰਾਹ ਤੁਰੇ ਜਾਣਾ ਕੰਮ ਨਹੀਂ ਆਸ਼ਕਾਂ ਦਾ। ਕੰਮ ਨਹੀਂ ਸੂਰਿਆਂ ਦਾ, ਕੰਮ ਨਹੀਂ ਨਾਨਕਾਂ ਦਾ। ਰਾਹੇ ਰਾਹ ਤੁਰਨ ਨਾਲ ਸਮੇਂ ਨਹੀਂ ਜਾਗਦੇ, ਰੋਗ ਨਹੀਂ ਟੁੱਟਦੇ, ਯੁੱਗ ਨਹੀਂ ਬਦਲਦੇ। ਰਾਹੇ ਰਾਹ ਤੁਰਨ ਨਾਲ ਸਮੇਂ ਨਹੀਂ ਜਾਗਦੇ, ਰੋਗ ਨਹੀਂ ਟੁੱਟਦੇ, ਯੁੱਗ ਨਹੀਂ ਬਦਲਦੇ। ਕੋਧਰੇ ਦੇ ਪੁੱਤਰੋ,
युग दे शहजादिओ सीस धरो तली उत्ते प्यार वाली गली आओ। आप लड़ो, आप जूझो, आप फड़ो वाग हथ, खोलो इन्हां भागवां तो अपना प्यारा हिंदुस्तान। खोलो इन्हां जमां कोलों कब्जे च कीता होया अपना जहान। अपना अतीत, अपना वर्तमान, अपना भविख, अपना वर्तमान। खोलो इन्हां जमां कोलों कब्जे च कीता होया अपना जहान। अपना अतीत, अपना भविख, अपना वर्तमान। ਕੁਝ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੁਝ ਸਵਾਲ ਆਪਣੇ ਆਪ ਨੂੰ ਪਾ ਰਹੇ ਹਾਂ, ਕੁਝ ਇੱਕ ਦੂਸਰੇ ਨੂੰ ਪਾ ਰਹੇ ਹਾਂ। ਇੱਕ ਸਵਾਲ ਇੱਕ ਛੋਟੀ ਜਿੰਨੀ ਕਵਿਤਾ ਦੇ ਰੂਪ 'ਚ ਹਮੇਸ਼ਾ ਮੇਰੇ ਅੰਦਰ ਵਸਿਆ ਰਿਹਾ। ਬੜੇ ਸਾਲ ਪਹਿਲਾਂ ਇਹ ਕਵਿਤਾ ਪੜ੍ਹੀ ਸੀ। ਕਵਿਤਾ ਸਰਦਾਰ ਜਸਵੰਤ ਸਿੰਘ ਜ਼ਫਰ ਹੋਰਾਂ ਦੀ ਹੋਈ ਹੈ, ਜਿਨ੍ਹਾਂ ਦੀ ਸਭ ਤੋਂ ਪਹਿਲੀ ਕਵਿਤਾ ਤੁਹਾਨੂੰ ਸੁਣਾਈ ਹੈ ਮੈਂ। ਇਸ ਕਵਿਤਾ ਦਾ ਨਾਂ ਹੈ ਅਸੀਂ ਨਾਨਕ ਦੇ ਕੀ ਲੱਗਦੇ ਹਾਂ। ਅਸੀਂ ਨਾਨਕ ਦੇ ਕੀ ਲੱਗਦੇ ਹਾਂ। ਨਾਨਕ ਤਾਂ ਪਹਿਲੇ ਦਿਨ ਹੀ ਵਿਦਿਆਲੇ ਨੂੰ, ਵਿਦਿਆ ਦੀ ਵਲਗਣ ਨੂੰ ਰੱਦ ਕੇ ਘਰ ਮੁੜੇ ਘਰੋਂ ਜਾਣ ਲਈ, ਘਰੋਂ ਗਏ ਘਰ ਨੂੰ ਵਿਸਥਾਰਨ ਲਈ, ਵਿਸ਼ਾਲਣ ਲਈ। ਨਾਨਕ ਤਾਂ ਪਹਿਲੇ ਦਿਨ ਹੀ ਵਿਦਿਆਲੇ ਨੂੰ, ਵਿਦਿਆ ਦੀ ਵਲਗਣ ਨੂੰ ਰੱਦ ਕੇ ਘਰ ਮੁੜੇ ਘਰੋਂ ਜਾਣ ਲਈ, ਘਰੋਂ ਗਏ ਘਰ ਨੂੰ ਵਿਸਥਾਰਨ ਲਈ, ਵਿਸ਼ਾਲਣ ਲਈ। ਅਸੀਂ ਨਾਨਕ ਵਾਂਗ ਵਿਦਿਆਲੇ ਨੂੰ ਨਕਾਰ ਨਹੀਂ ਸਕਦੇ। ਨਾਨਕ ਨਾਮ ਤੇ ਵਿਦਿਆਲੇ ਉਸਾਰ ਸਕਦੇ ਹਾਂ। ਅਸੀਂ ਨਾਨਕ ਵਾਂਗ ਵਿਦਿਆਲੇ ਨੂੰ ਨਕਾਰ ਨਹੀਂ ਸਕਦੇ। ਨਾਨਕ ਨਾਮ ਤੇ ਵਿਦਿਆਲੇ ਉਸਾਰ ਸਕਦੇ ਹਾਂ। ਗੁਰੂ ਨਾਨਕ ਵਿਦਿਆਲਾ, ਗੁਰੂ ਨਾਨਕ ਮਹਾਵਿਦਿਆਲਾ, ਗੁਰੂ ਨਾਨਕ ਵਿਸ਼ਵ ਵਿਦਿਆਲਾ। ਵਿਦਿਆਲੇ ਦੇ ਸੋਧੇ ਪ੍ਰਬੋਧੇ ਅਸੀਂ, ਗਿਆਨੀ, ਵਿਦਿਆਦਾਨੀ, ਘਰਾਂ ਦੇ ਕੈਦੀ, ਪਤਵੰਤੇ ਸੱਜਣ। ਵਿਦਿਆਲੇ ਦੇ ਸੋਧੇ ਪ੍ਰਬੋਧੇ ਅਸੀਂ, ਗਿਆਨੀ, ਵਿਦਿਆਦਾਨੀ, ਘਰਾਂ ਦੇ ਕੈਦੀ, ਪਤਵੰਤੇ ਸੱਜਣ। ਨਾਨਕ ਦੇ ਕੀ ਲੱਗਦੇ ਹਾਂ। ਨਾਨਕ ਦੇ ਕੀ ਲੱਗਦੇ ਹਾਂ। ਸਿਰਫ ਅਸੀਂ ਖੁਦ ਹੀ ਨਹੀਂ, ਸਾਡਾ ਸਿਰਜਿਆ ਨਿਜ਼ਾਮ ਜਿਹੜਾ ਹੱਥੀਂ ਅਸੀਂ ਪ੍ਰਵਾਨ ਚੜ੍ਹਾਇਆ, ਸਾਡਾ ਸਿਰਜਿਆ ਹੋਇਆ ਨਿਜ਼ਾਮ ਵੀ ਅੱਜ ਗੁਰੂ ਨਾਨਕ ਦੇ ਉਪਦੇਸ਼ਾਂ, ਸੰਦੇਸ਼ਾਂ, ਉਸ ਦੀਆਂ ਜ਼ਮੀਨਾਂ 'ਤੇ ਸਵਾਲੀਆ ਨਿਸ਼ਾਨ ਲਾ ਕੇ ਬੈਠਾ। ਅੱਜ ਪੰਜਾਬ ਤੋਂ ਗੁਰੂ ਨਾਨਕ ਨਾਮ ਲੇਵਾ ਕੀ ਸਿੱਖ, ਕੀ ਹਿੰਦੂ ਤੇ ਕੀ ਮੁਸਲਮਾਨ ਚੌਰਾਹਿਆਂ 'ਤੇ ਖੜ੍ਹੇ ਨੇ, ਜ਼ਿੰਦਗੀ ਦੇ ਵੀ ਤੇ ਸੜਕਾਂ ਦੇ ਵੀ। ਖੇਤੀ ਕਰਨ ਵਾਲਿਆਂ ਨੂੰ ਅੱਜ ਆਪਣੇ ਹੱਕਾਂ ਲਈ ਰਾਹਾਂ ਵਿੱਚ ਖਲੋ ਕੇ ਮੁਜ਼ਾਹਰੇ ਕਰਨੇ ਪੈ ਰਹੇ ਨੇ। ਜਿਸ ਲੋਕਤੰਤਰ ਦੀ ਗੁਰੂ ਨਾਨਕ ਨੇ ਸ਼ਾਦੀ ਭਰੀ, ਉਸੇ ਲੋਕਤੰਤਰ ਵਿੱਚ ਉਸੇ ਦੀ ਸਰਜ਼ਮੀਨ ਤੋਂ ਤੁਰ ਕੇ ਆਏ ਪੈਰਾਂ ਵਿੱਚ ਛਾਲੇ ਪਏ ਹੋਏ ਨੇ। ਕਈ ਕਵਿਤਾਵਾਂ ਤੇ ਲਿਖਤਾਂ ਵਿੱਚ ਕਈ ਚਿਰਾਂ ਤੋਂ ਕਵੀ ਤੇ ਲੇਖਕ ਨਾਨਕ ਨੂੰ ਮੁੜ ਆਉਣ ਦੀਆਂ ਜੋਦੜੀਆਂ ਵੀ ਕਰਦੇ ਰਹੇ ਤੇ ਅਜੇ ਵੀ ਕਰਦੇ ਪਏ ਨੇ। ਅੱਜ ਦੇ ਹਾਲਾਤ ਵਿੱਚ ਕਈ ਕਵੀਆਂ ਦੀਆਂ ਕਵਿਤਾਵਾਂ ਪੜ੍ਹਨ ਦਾ ਮੌਕਾ ਮਿਲਿਆ, ਜਿਨ੍ਹਾਂ ਵਿੱਚ ਉਹਨਾਂ ਨੇ ਬਾਬੇ ਨਾਨਕ ਨੂੰ ਫੇਰ ਮੁੜ ਕੇ ਆਉਣ ਦੀ ਬੇਨਤੀ ਕੀਤੀ ਹੈ। ਕਦੀ ਹਾਲਾਤ ਦਾ, ਕਦੀ ਅਧਰਮ ਦਾ ਹਵਾਲਾ ਦੇ ਕੇ ਉਸਨੂੰ ਮੁੜ ਇੱਕ ਵਾਰ ਫੇਰਾ ਪਾਉਣ ਦੀ ਅਪੀਲ ਹੁੰਦੀ ਰਹੀ ਹੈ।
ਇਹ ਕਵੀ ਵੀ ਸਾਡੀ ਹੀ ਸੋਚ ਦੀ ਤਰਜਮਾਨੀ ਕਰਦੇ ਨੇ। ਇਹਨਾਂ ਕਵੀਆਂ ਦੀ ਸੋਚ ਨੂੰ ਵੀ ਸਲਾਮ ਹੈ। ਪਰ ਸਵਾਲ ਹੈ, ਕੀ ਗੁਰੂ ਨਾਨਕ ਵਾਕਈ ਚਲੇ ਗਏ ਨੇ? 1539 ਵਿੱਚ ਉਹਨਾਂ ਦੀ ਦੇਹ ਉੱਠ ਗਈ ਹੋਏਗੀ। ਉਹਨਾਂ ਦੇ ਅਸੂਲ ਜੇ 25,000 ਮੀਲ ਝਾਗ ਕੇ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚੇ ਨੇ ਤਾਂ ਨਾਨਕ ਨਹੀਂ ਉੱਠ ਗਏ ਹੋਣਗੇ। ਸਾਡੇ ਤੇ ਵੀ ਕੁਝ ਨਾ ਕੁਝ ਅਸਰ ਤਾਂ ਜ਼ਰੂਰ ਹੋਇਆ ਹੋਏਗਾ। ਹੋ ਸਕਦਾ ਹੈ ਅਸੀਂ ਉਹਨਾਂ ਦੇ ਫਲਸਫੇ ਤੇ ਸਿੱਖਿਆਵਾਂ ਵਿੱਚ ਚੁੱਭੀ ਡੂੰਘੀ ਨਾ ਮਾਰੀ ਹੋਵੇ, ਪਰ ਕੰਢੇ ਤੇ ਬੈਠ ਕੇ ਅੱਖਾਂ ਵਿੱਚ ਛਿੱਟੇ ਤਾਂ ਮਾਰੇ ਹੀ ਨੇ। ਖਾਸ ਤੌਰ ਤੇ ਅੱਜ ਮੈਨੂੰ ਤਾਂ ਨਿੱਜੀ ਰੂਪ 'ਚ ਇਉਂ ਹੀ ਲੱਗਦਾ ਹੈ ਕਿ ਮੇਰਾ ਬਾਬਾ ਨਾਨਕ ਤਾਂ ਸਗੋਂ ਅੱਗੇ ਹੋ ਕੇ ਉਹਨਾਂ ਪੀਲਿਆਂ ਬੈਰੀਕੇਡਾਂ ਤੇ ਖਲੋਤਾ ਸੀ ਤਾਕਤ ਦੇਣ ਨੂੰ, ਜਿੱਥੇ ਪਾਣੀ ਦੀਆਂ ਵਾਛੜਾਂ ਵੱਜੀਆਂ ਸਨ। ਨਾਨਕ ਤਾਂ ਵੱਡੀਆਂ ਪਰਾਤਾਂ ਵਿੱਚ ਆਟਾ ਗੁੰਨ ਦੇ 3 ਅੱਡੋ ਅੱਡਰੇ ਅਕੀਦਿਆਂ ਦੇ 6 ਹੱਥਾਂ ਵਿੱਚ ਵੀ ਹੈ। ਉਹ ਤਾਂ ਝੰਡਾ ਚੁੱਕੀ ਜਾਂਦੀਆਂ ਕੇਸਰੀ ਹਰੀਆਂ ਚੁੰਨੀਆਂ ਵਾਲੀਆਂ ਬੀਬੀਆਂ ਦੀ ਸਾਧ ਮੁਰਾਦੀ ਭਾਵਨਾ ਵਿੱਚੋਂ ਵੀ ਬੋਲ ਰਿਹਾ। ਨਾਨਕ ਨੌਜਵਾਨਾਂ ਦੇ ਜੋਸ਼ ਵਿੱਚ ਵੀ ਹੈ, ਬਜ਼ੁਰਗਾਂ ਦੀ ਤ੍ਰਿਖੜੀ ਤੋਰ ਵਿਚਲੀ ਚੜ੍ਹਦੀ ਕਲਾ ਵਿੱਚ ਵੀ ਹੈ। ਨਾਨਕ ਤਾਂ ਉਸ ਜਾਟ ਦੇ ਹੱਥਾਂ ਵਿੱਚੋਂ ਵੀ ਦਿਸ ਰਿਹਾ ਹੈ ਜਿਸ ਨੇ ਆਪਣੀ ਜ਼ਮੀਨ ਵਾਹ ਕੇ ਪੰਜਾਬ ਦੇ ਪਾਂਧੀਆਂ ਦਾ ਕਾਫਲਾ ਲੰਘਾ ਦਿੱਤਾ ਹੈ। ਤੇ ਨਾਨਕ ਉਹਨਾਂ ਮੁਸਲਮਾਨ ਭਰਾਵਾਂ ਵਿੱਚੋਂ ਵੀ ਬੋਲ ਰਿਹਾ ਜਿਹੜੇ ਮਸੀਤਾਂ ਦੇ ਦਰਵਾਜ਼ੇ ਤੇ ਆਪਣੀਆਂ ਬਾਹਾਂ ਖੋਲ ਕੇ ਹਾਕਮਾਂ ਦੇ ਮੂੰਹ ਤੇ ਚਪੇੜਾ ਮਾਰ ਰਹੇ ਨੇ। ਨਾਨਕ ਦੀ ਗੁੜਤੀ ਨਹੀਂ ਤਾਂ ਕੀ ਹੈ ਇਹ ਕਿ ਆਪਣੇ ਤੇ ਉੱਠਦੇ ਹੱਥਾਂ ਨੂੰ ਨਾਨਕ ਦਾ ਸਿੱਖ ਅੱਜ ਵੀ ਮੁਆਫ ਕਰੀ ਜਾ ਰਿਹਾ ਹੈ, ਬਿਠਾ ਕੇ ਲੰਗਰ ਛਕਾਈ ਜਾ ਰਿਹਾ ਹੈ। ਨਿਰਾਸ਼ਾ ਦਾ ਆਲਮ ਜਦੋਂ ਵੀ ਘੇਰਾ ਘੱਤ ਲੈਂਦਾ ਹੈ, ਨਾਨਕ ਦੀ ਇਹੋ ਗੁੜਤੀ ਹੀ ਜ਼ਿੰਦਗੀ 'ਚ ਮਿਠਾਸ ਘੋਲ ਦਿੰਦੀ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਨਾ ਇਨਸਾਫੀਆਂ ਝੱਲਦੇ ਸਿਰ, ਸਲਫਾਸ ਖਾ ਕੇ ਝੱਗੋ ਝੱਗ ਹੋਈਆਂ ਜਿੰਦੜੀਆਂ ਤੇ ਦਰਖਤਾਂ ਤੋਂ ਝੂਲਦੀਆਂ ਬੇਬਸੀਆਂ ਨੇ ਕੋਈ ਰੰਗ ਤਾਂ ਵਿਖਾਉਣਾ ਸੀ। ਅੱਜ ਕਿਰਸਾਨ ਬਾਬੇ ਨਾਨਕ ਦੇ ਜਨਮ ਦਿਹਾੜੇ ਤੇ ਸੰਗਤ ਜਿੱਥੇ ਵੀ ਜੁੜੀ ਹੈ, ਬਾਬੇ ਨਾਨਕ ਦੀ ਸਿਖਾਈ ਹੱਕ, ਸੱਚ ਤੇ ਨਿਆਂ ਦੀ ਆਵਾਜ਼ ਬੁਲੰਦ ਕਰ ਰਹੀ ਹੈ। ਬਦਲਾਅ ਇੰਝ ਹੀ ਆਉਂਦੇ ਨੇ, ਤਸਵੀਰ ਇੰਝ ਹੀ ਵਸਦੀ ਹੈ। ਫਿਰ ਉਹ ਤਸਵੀਰ ਭਾਵੇਂ ਕਾਲਪਨਿਕ ਹੀ ਕਿਉਂ ਨਾ ਹੋਵੇ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਆਖਣ ਵਾਲਾ ਮੇਰਾ ਬਾਬਾ ਨਾਨਕ ਅੱਜ ਵੀ ਆਸ ਪਾਸ ਹੀ ਹੈ ਸਾਡੇ, ਅੱਜ ਵੀ ਆਸ ਪਾਸ ਹੀ ਹੈ ਸਾਡੇ।